ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਨੂੰ ਸੰਤ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਦੇ ਜੀਵਨ ਬਾਰੇ, ਉਹਨਾਂ ਦੀਆਂ ਸਾਖੀਆਂ ਬਾਰੇ ਜਾਣੂ ਕਰਾਵਾਂਗੇ, ਜੋ ਕਿ ਉਹਨਾਂ ਦੀ ਬੁੱਕ ਆਨੰਦ ਸਰੋਵਰ ਜੀਵਨ ਸੰਤ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਭਾਗ ਪਹਿਲਾ ਵਿੱਚ ਦਰਜ ਹਨ। ਕੁਝ ਸਾਖੀਆਂ ਅਸੀਂ ਪਹਿਲਾਂ ਪਿਛਲੀ ਵੀਡੀਓਜ਼ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹਾਂ, ਤੁਸੀਂ ਉਹਨਾਂ ਨੂੰ ਸੁਣ ਸਕਦੇ ਹੋ। ਤਾਂ ਅੱਜ ਅਸੀਂ ਅੱਗੇ ਸ਼ੁਰੂ ਕਰਦੇ ਹਾਂ। ਮਾਲਵੇ ਵੱਲ ਮੋੜਾ। ਸਰਦਾਰ ਜਸਵੰਤ ਸਿੰਘ, ਜੋ ਉਸ ਵੇਲੇ ਅੱਲੜ ਗੱਭਰੂ ਸੀ, ਉਸੇ ਨੂੰ ਨਾਲ ਲਿਆ। ਸਰਦਾਰ ਜਸਵੰਤ ਸਿੰਘ ਨੇ ਦੱਸਿਆ, ਬਾਬਾ ਜੀ ਕੋਲ ਕੇਵਲ ਇੱਕ ਕਾਲੀ ਕੰਬਲੀ, ਬੈਰਾਗਨ, ਸੋਟੀ, 2 ਕਛਹਿਰੇ, ਪਰਨਾ ਤੇ ਗੜਵਾ ਸਨ। ਇੱਕ ਕਛਹਿਰਾ ਪਰਨਾ ਗੁਰੂ ਸਾਹਿਬ ਦਾ ਅਡਰਾ ਸੀ ਤੇ ਮੇਰੇ ਕੋਲ ਕੇਵਲ 3 ਕੱਪੜੇ ਸਰੀਰ ਵਾਲੇ ਹੀ ਸਨ। ਮੇਰਾ ਇਹ ਪਹਿਲਾ ਹੀ ਸਫ਼ਰ ਸੀ, ਇਸ ਖਿਆਲ ਨਾਲ ਕਿ ਝੱਟ ਵਾਪਸ ਆ ਜਾਵਾਂਗਾ। ਹੋਰ ਸਮਾਨ ਨਾਲ ਨਾ ਲਿਆ। ਅਸੀਂ ਰਾਤ ਨੂੰ 10 ਵਜੇ ਚੰਗ ਤੋਂ ਗੱਡੀ ਚੜ੍ਹੇ। ਬਾਬਾ ਜੀ ਫਸਟ ਤੇ ਮੈਂ ਸੇਵਾਦਾਰਾਂ ਵਾਲੇ ਡੱਬੇ ਵਿੱਚ ਬੈਠ ਗਿਆ। ਗੱਡੀ 1 ਵਜੇ ਰਾਤ ਨੂੰ ਨਨਕਾਣੇ ਸਾਹਿਬ ਪਹੁੰਚੀ। ਬਾਬਾ ਜੀ ਦੇ ਇਸ਼ਨਾਨ ਦਾ ਸਮਾਂ ਹੋ ਗਿਆ ਸੀ। ਉੱਥੇ ਸਟੇਸ਼ਨ ਤੇ ਗੱਡੀ ਵਿੱਚ ਹੀ 2 ਬਾਲਟੀਆਂ ਪਾਣੀ ਦੀਆਂ ਭਰ ਕੇ ਮੈਂ ਬਾਬਾ ਜੀ ਨੂੰ ਲਿਆ ਦਿੱਤੀਆਂ ਤੇ ਗੱਡੀ ਵਿੱਚ ਹੀ ਬਾਬਾ ਜੀ ਨੇ ਇਸ਼ਨਾਨ ਕੀਤਾ ਤੇ ਗੁਰੂ ਸਾਹਿਬ ਨੂੰ ਵੀ ਇਸ਼ਨਾਨ ਕਰਾਇਆ। ਜਦ ਸਵੇਰੇ 6 ਵਜੇ ਲਾਹੌਰ ਸਟੇਸ਼ਨ ਤੇ ਪਹੁੰਚੇ, ਮੈਨੂੰ ਕੋਈ ਪਤਾ ਨਹੀਂ ਸੀ ਕਿ ਕਿਹੜੇ ਪਲੇਟਫਾਰਮ ਤੇ ਕਿੱਧਰ ਗੱਡੀ ਜਾਂਦੀ ਹੈ। ਬਾਬਾ ਜੀ ਨੇ ਆਪ ਹੀ ਸਭ ਕੁਝ ਦੱਸਿਆ ਤੇ ਇਸੇ ਤਰ੍ਹਾਂ ਫਿਰੋਜ਼ਪੁਰ ਪਹੁੰਚ ਕੇ ਵੀ ਆਪ ਹੀ ਸਮਝਾਇਆ ਕਿ ਕਿਸ ਗੱਡੀ ਤੇ ਚੜ੍ਹਨਾ ਹੈ। ਫਿਰੋਜ਼ਪੁਰ ਤੋਂ ਲੁਧਿਆਣੇ ਵਾਲੀ ਗੱਡੀ ਬਦਲ ਜਗਰਾਓਂ ਸਟੇਸ਼ਨ ਤੇ ਆ ਉਤਰੇ। ਇੱਧਰੋਂ ਸਰਦਾਰ ਰਤਨ ਸਿੰਘ ਜੀ ਦੇ ਕਥਨ ਅਨੁਸਾਰ ਮੈਂ ਤੇ ਸਰਦਾਰ ਜੋਗਿੰਦਰ ਸਿੰਘ ਆਪਸ 'ਚ ਸਲਾਹਾਂ ਕਰ ਰਹੇ ਸੀ ਕਿ ਅਸੀਂ ਆਪੇ ਦੋਵੇਂ ਜਣੇ ਚੱਲੀਏ ਬਾਗੀ ਸੰਤਾਂ ਨੂੰ ਲਿਆਉਣ ਵਾਸਤੇ। ਅਸੀਂ ਤਿਆਰੀਆਂ ਕਰ ਹੀ ਰਹੇ ਸਾਂ ਕਿ ਇੱਕ ਆਦਮੀ ਭੱਜਾ ਆਇਆ ਤੇ ਕਹਿਣ ਲੱਗਾ, ਬਾਬੇ ਆ ਗਏ ਤੇ ਰਤਨ ਸਿੰਘ ਤੇ ਜੋਗਿੰਦਰ ਸਿੰਘ ਨੂੰ ਯਾਦ ਕਰ ਰਹੇ ਹਨ। ਸਾਨੂੰ ਹੋਰ ਕੀ ਚਾਹੀਦਾ ਸੀ। ਸਰਦਾਰ ਜਸਵੰਤ ਸਿੰਘ ਨਾਲ ਸੀ। ਜਗਰਾਓਂ ਰੇਲਵੇ ਸਟੇਸ਼ਨ ਦੇ ਬਿਲਕੁਲ ਨੇੜੇ ਹੀ ਬੇਰੀਆਂ ਵਾਲੀ ਕੋਠੀ ਸੀ। ਉੱਥੇ ਠਹਿਰ ਗਏ ਤੇ ਉੱਥੇ ਸਰਦਾਰ ਜੋਗਿੰਦਰ ਸਿੰਘ ਅਤੇ ਸਰਦਾਰ ਰਤਨ ਸਿੰਘ ਹੋਰਾਂ ਨੂੰ ਸੁਨੇਹਾ ਭੇਜਿਆ ਤੇ ਉਹਨਾਂ ਦੇ ਆਉਣ ਤੇ ਉੱਥੋਂ ਵੀ ਚਾਲੇ ਪਾ ਦਿੱਤੇ। ਅਨੰਤੇ ਵਾਲੇ ਮੂੰਹ ਤੇ। ਜਗਰਾਓਂ ਦੇ ਅਨੰਤ ਰਾਮ ਲੋਟੀਏ ਦਾ ਇੱਕ ਖੂਹ ਡੱਲੇ ਪਿੰਡ ਦੇ ਰਾਹ ਵਿੱਚ ਸੀ। ਬੋਲਚਾਲ ਵਿੱਚ ਇਹ ਅਨੜੇ ਦਾ ਖੂਹ ਵੱਜਦਾ ਸੀ। ਆਪਣੀ ਮੌਜ ਵਿੱਚ ਤੇ ਪਤਾ ਨਹੀਂ ਕਿਸ ਨੂੰ ਕਿਰਤਾਰਥ ਕਰਨ ਤੇ ਕਿਸੇ ਜੀਵ ਨੂੰ ਤਾਰਨ ਲਈ ਬਾਬਾ ਜੀ ਇੱਥੇ ਆ ਪਧਾਰੇ। ਖੂਹ ਤੇ ਇੱਕ ਵੱਡਾ ਸਾਰਾ ਕੋਠਾ ਬਣਿਆ ਹੋਇਆ ਸੀ ਤੇ ਇੱਕ ਚਬੱਚਾ ਸੀ। ਕੋਠੇ ਦੇ ਤਾਂ 2 ਹਿੱਸੇ ਕਰ ਲਏ। ਚਬੱਚਾ ਇਸ਼ਨਾਨ ਲਈ ਕੰਮ ਆਇਆ। 4 ਬੱਲੀਆਂ ਗੱਡ ਕੇ ਨੇੜੇ ਇੱਕ ਮਨਾ ਵੀ ਬਣਾ ਲਿਆ, ਕਿਉਂਕਿ ਮਨੇ ਉੱਤੇ ਚੜ੍ਹ ਕੇ ਬੈਠਣਾ ਬਾਬਾ ਜੀ ਨੂੰ ਬੜਾ ਭਾਉਂਦਾ ਸੀ। ਨੇੜੇ ਤੇੜੇ ਪਿੰਡਾਂ ਦੇ ਸੇਵਕਾਂ ਨੂੰ ਖਬਰ ਲੱਗ ਗਈ, ਪਰ ਇਹ ਪਿੰਡ ਇੱਥੋਂ ਕੁਝ ਦੂਰ ਹੀ ਸੀ। ਅਨੇਨ ਸ਼ਰਧਾਲੂ ਤੇ ਸੰਗੀ ਵੀ ਹਾਲਾਂ ਕੋਈ ਬਹੁਤੇ ਨਹੀਂ ਸਨ ਬਣੇ ਹੋਏ, ਸੋ ਪਹਿਲਾਂ ਪ੍ਰਸ਼ਾਦਾ ਕੇਵਲ ਦੁਪਹਿਰ ਨੂੰ ਆਉਣਾ, ਫਿਰ ਸਵੇਰ ਦਾ ਪ੍ਰਸ਼ਾਦਾ ਕਲੇਰਾਂ ਤੋਂ ਆਉਣ ਲੱਗ ਪਿਆ ਤੇ ਸ਼ਾਮ ਦਾ ਵੱਡੇ ਗਾਲਬ ਤੋਂ, ਜੋ ਉੱਥੋਂ 6 ਮੀਲ ਤੋਂ ਘੱਟ ਨਹੀਂ ਸੀ। ਸਰਦਾਰ ਰਤਨ ਸਿੰਘ ਦੇ ਕਥਨ ਅਨੁਸਾਰ ਸਾਡੇ ਵਿੱਚੋਂ ਰੋਟੀ ਪਕਾਣੀ ਕਿਸੇ ਨੂੰ ਆਵੇ ਨਾ। ਇੱਥੇ ਜਿਵੇਂ ਗੁਜਰੀ, ਉਸ ਦਾ ਵਰਨਰ ਵੀ ਦਿਲਚਸਪੀ ਤੋਂ ਖਾਲੀ ਨਹੀਂ। ਸੁੱਖਾਂ ਵਿੱਚ ਪਲਿਆ ਹੋਇਆ ਜਸਵੰਤ ਸਿੰਘ ਇਸ ਕੜਰੇ ਜੀਵਨ ਤੋਂ ਛੇਤੀ ਹੀ ਉਦਾਸ ਹੋ ਗਿਆ। ਕਥਨ ਅਨੁਸਾਰ ਮੈਨੂੰ ਆਏ ਨੂੰ 14-15 ਦਿਨ ਹੋ ਗਏ। ਮੈਂ ਕਦੀ ਘਰੋਂ ਬਾਹਰ ਪੈਰ ਨਹੀਂ ਸੀ ਪਾਇਆ। ਮੈਂ ਆਗਿਆ ਮੰਗਾ, ਪਰ ਬਾਬਾ ਜੀ ਦੇਣ ਨਾ। ਮੈਨੂੰ ਕਹਿਣ, ਘਰ ਜਾ ਕੇ ਤੇਰਾ ਦਿਲ ਮੁਰਗੇ ਖਾਣ ਨੂੰ ਕਰਦਾ ਹੈ। ਫਿਰ ਮੈਂ ਹੋਰ ਬਹਾਨੇ ਬਣਾਉਣ ਲੱਗਾ। ਆਖਰ ਮੇਰਾ ਭਨੇਵਾਂ ਦੇਹਰਾਦੂਨ ਤੋਂ ਆ ਗਿਆ ਤਾਂ ਮੈਨੂੰ ਘਰ ਵਾਪਸ ਜਾਣ ਦੀ ਛੁੱਟੀ ਮਿਲੀ। ਹੋਰ ਸੇਵਕਾਂ ਦਾ ਹਾਲ ਸੁਣੋ। ਜ਼ੁਬਾਨੀ ਸਰਦਾਰ ਰਤਨ ਸਿੰਘ। ਹਜੂਰੀ ਸੇਵਾ ਸੰਤਾ ਸਿੰਘ ਦੋਦਰ ਵਾਲੇ ਨੇ ਸੰਭਾਲ ਲਈ ਸੀ। ਘਰੋਂ ਤਾਂ ਉਹ ਤਕੜਾ ਜ਼ਿਮੀਦਾਰ ਸੀ। ਉਸਦਾ ਸਕਾ ਭਰਾ ਜੈਲਦਾਰਜੂ ਸੀ, ਪਰ ਆਪ ਉਸਦੇ ਸੰਕਲਪ ਕਈ ਤਰ੍ਹਾਂ ਦੇ ਸਨ। ਉਸਦੇ ਮਨ ਵਿੱਚ ਮੁੰਡੇ ਦੀ ਚਾਹ ਸੀ ਤੇ ਉਹ ਅਫੀਮ ਵੀ ਛਕਦਾ ਸੀ
ਤੇ ਭੁੱਖ ਉਸ ਕੋਲੋਂ ਜਰੀ ਨਹੀਂ ਸੀ ਜਾਂਦੀ। ਉਸਨੇ ਇੱਕ ਪੀਪੇ ਵਿੱਚ ਮਠਿਆਈ ਪਾ ਰੱਖਣੀ ਤੇ ਵਾੜ ਵਿੱਚ ਟੋਇਆ ਪੁੱਟ ਕੇ ਪੀਪੇ ਨੂੰ ਦੱਬ ਛੱਡਣਾ। ਮੈਨੂੰ ਚਾਹ ਦੀ ਆਦਤ ਸੀ। ਮੇਰੀ ਬਾਬਾ ਜੀ ਨੇ ਇਹ ਡਿਊਟੀ ਲਾਈ ਕਿ ਰੋਜ਼ 5 ਪਾਠ ਸੁਖਮਨੀ ਸਾਹਿਬ ਦੇ ਕਰਾਂ, ਬਿਨਾਂ ਚਾਹ ਦਾ ਅਮਲ ਪੂਰਾ ਕਰਨ ਦੇ। ਮੇਰੇ ਕੋਲੋਂ ਐਨੇ ਪਾਠ ਨਾ ਹੋਣ। ਅਸਾਂ ਢੋਂਗ ਇਹ ਰਚਿਆ ਕਿ ਵਾੜ ਦੇ ਅੰਦਰ ਨੇੜੇ ਹੀ ਇੱਕ ਚੁੱਲ੍ਹਾ ਬਣਾ ਉਸ ਉੱਤੇ ਬਾਬਾ ਜੀ ਲਈ ਬਨਫਸ਼ਾ ਉਬਾਲ ਕੇ ਰੱਖ ਦੇਣਾ ਤੇ ਇਸ ਬਹਾਨੇ ਆਪਣੇ ਲਈ ਉਸ ਵਿੱਚ ਚਾਹ ਪਾ ਲੈਣੀ। ਇਸ ਤਰ੍ਹਾਂ ਸਾਡਾ ਕੰਮ ਤਾਂ ਚੱਲ ਪਿਆ, ਪਰ ਇਹ ਗੱਲ ਕਿੰਨਾ ਕੁ ਚਿਰ ਛੁਪੀ ਰਹਿੰਦੀ। ਸਾਡਾ ਪਾਜ ਖੋਲ੍ਹਣ ਲਈ ਇੱਕ ਦਿਨ ਬਾਬਾ ਜੀ ਨੇ ਬਣੇ ਹੋਏ ਚੁੱਲ੍ਹੇ ਵਿੱਚ ਸਾਡੇ ਸਾਹਮਣੇ ਹੀ ਪੈਰ ਪਾ ਦਿੱਤਾ ਤੇ ਫਰਮਾਉਣ ਲੱਗੇ, ਇਹ ਤਾਂ ਤੱਤਾ ਹੈ। ਅਸਾਂ ਅੱਗੋਂ ਬੇਨਤੀ ਕੀਤੀ, ਪਾਤਸ਼ਾਹੋ, ਇਸ ਦੇ ਤੁਹਾਡੇ ਵਾਸਤੇ ਬਨਫਸਾ ਕਾੜ੍ਹਨੇ ਹੁੰਦੇ ਹੈ। ਸਾਰੇ ਲੁੱਚੜ ਇਕੱਠੇ ਹੋਏ। ਬਾਬਾ ਜੀ ਨੇ ਅੱਗੋਂ ਉੱਪਰੋਂ ਉੱਪਰ ਸਾੜ ਤਾੜ ਕੇ ਪਰ ਵਿੱਚੋਂ ਮੁਸਕਰਾਉਂਦੇ ਹੋਏ ਕਿਹਾ। ਇਸ ਤਰ੍ਹਾਂ ਸਾਡਾ ਪੋਲ ਖੁੱਲ੍ਹਣ ਪਰ ਮੈਂ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈਣੀ ਉਚਿਤ ਸਮਝ ਕੇ ਬੇਨਤੀ ਕੀਤੀ, ਸੱਚੀ ਗੱਲ ਤਾਂ ਇਹ ਹੈ ਕਿ ਚੁੱਲ੍ਹਾ ਤਾਂ ਮੇਰੇ ਵਾਸਤੇ ਤੱਤਾ ਹੁੰਦਾ ਹੈ। ਅਸਾਂ ਤੁਹਾਡੇ ਲਈ ਤਾਂ ਇੱਕ ਬਹਾਨਾ ਬਣਾਇਆ ਹੋਇਆ ਹੈ। ਮੈਂ ਇਤਨਾ ਪਾਠ ਨਹੀਂ ਕਰ ਸਕਦਾ ਸਾਂ। 2 ਪਾਠ ਤਾਂ ਵੈਸੇ ਕਰਦਾ ਹਾਂ ਤੇ 2 ਚਾਹ ਦੇ ਜ਼ੋਰ 'ਤੇ ਹੁੰਦੇ ਹਨ। ਇਹ ਉੱਤਰ ਸੁਣ ਬਾਬਾ ਜੀ, ਇਹ ਗੱਲ ਤਾਂ ਨਹੀਂ ਬੰਨੀ। ਵਾੜ ਦੇ ਅੰਦਰ ਚੁੱਲ੍ਹਾ ਨਹੀਂ ਗਰਮ ਹੋ ਸਕਦਾ। ਮੈਂ ਤੇ ਬਾਹਰ। ਬਾਬਾ ਜੀ, ਉੱਥੇ ਜੋ ਹੈ ਮਰਜ਼ੀ ਹੈ ਕਰੋ। ਇਵੇਂ ਇਹ ਮਾਮਲਾ ਨਜਿੱਠਿਆ ਗਿਆ ਤੇ ਸਾਡਾ ਵੀ ਕੰਮ ਚੰਗਾ ਚੱਲ ਪਿਆ। ਇੱਥੇ ਰਹਿਣ ਸਮੇਂ ਸਰਦਾਰ ਖੁਸ਼ਹਾਲ ਸਿੰਘ ਚੂਨੀਆਂ ਵਾਲੇ ਨੇ, ਜੋ ਬਾਬਾ ਜੀ ਦਾ ਅਨੰਦ ਸੇਵਕ ਸੀ ਤੇ ਜ਼ਿਲ੍ਹੇ ਵਿੱਚ ਅਕਾਲੀ ਲੀਡਰ ਸੀ, ਉਸ ਸਮੇਂ ਦੀ ਲਹਿਰ ਨੂੰ ਮੁੱਖ ਰੱਖਦਿਆਂ ਹੋਇਆ ਬਾਬਾ ਜੀ ਅੱਗੇ ਕਾਲਾ ਦਸਤਾਰਾ ਪੇਸ਼ ਕੀਤਾ। ਪਰ ਬਾਬਾ ਜੀ ਲੋਕਾਚਾਰੀ ਜਾਂ ਦੇਖਾ ਦੇਖੀ ਉਸ ਨੂੰ ਧਾਰਨ ਕਰਨ ਤੇ ਤਤਪਰ ਨਾ ਹੋਏ। ਜੋ ਵਾਰਤਾ ਹੋਈ ਉਸ ਨੂੰ ਚੌਥੇ ਭਾਗ ਵਿੱਚ ਉਚਿਤ ਥਾਂ ਤੇ ਦਿੱਤਾ ਹੈ। ਇੱਥੇ ਰਹਿੰਦਿਆਂ ਹੀ 2 ਵਿਅਕਤੀ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ, ਜਿਹੜੇ ਅਖੀਰ ਦਮ ਤੱਕ ਬਾਬਾ ਜੀ ਦੇ ਨਾਲ ਸੇਵਾ ਨਿਭਾਈ। ਇਹਨਾਂ ਵਿੱਚੋਂ ਇੱਕ ਸਨ ਭਾਈ ਰਤਨ ਸਿੰਘ ਜੀ ਡਰੋਲੀ ਤੇ ਦੂਜੇ ਭਾਈ ਹਜੂਰਾ ਸਿੰਘ ਜੀ। ਪਹਿਲੇ ਸੱਜਣ ਤਾਂ ਮੋਗੇ ਤਹਿਸੀਲ ਵਿੱਚ ਦੇ ਪ੍ਰਸਿੱਧ ਇਤਿਹਾਸਿਕ ਨਗਰ ਭਾਈ ਡਰੋਲੀ ਦੇ ਉੱਘੇ ਸਿੱਖੀ ਘਰਾਣੇ ਵਿੱਚੋਂ ਸਨ। ਇਹਨਾਂ ਬਾਬਤ ਇੱਥੇ ਇਤਨਾ ਹੀ ਲਿਖਣਾ ਉਚਿਤ ਹੈ ਕਿ ਇਹ ਵੀ ਪੁੰਚੋ ਵਾਲੇ ਸ੍ਰੀ ਸੰਤ ਹਰਨਾਮ ਸਿੰਘ ਜੀ ਦੇ ਸੇਵਕ ਸਨ ਤੇ ਉੱਥੇ ਹੀ ਬਾਬਾ ਜੀ ਦੇ ਜਾਣੂ ਹੋਏ। ਇੱਥੇ ਸੰਗਤਾਂ ਵਿੱਚ ਆ ਕੇ ਸੇਵਾ ਅੰਦਰ ਰਹਿਣ ਦੀ ਜਾਚ ਨਾ ਹੋਣ, ਪਰ ਬਾਬਾ ਜੀ ਨੇ ਇਤਨਾ ਹੀ ਫਰਮਾਇਆ ਕਿ ਇਸ ਦੇ ਮਗਰ ਤਾਂ ਛੱਜ ਬੱਧਾ ਹੋਇਆ ਹੈ। ਛੱਜ ਨਾਲ ਖੁੱਡ ਵੜਨਾ ਔਖਾ ਹੈ। ਸੋ ਇਹ ਤਾਂ ਕਲੇਰੀ ਰਹਿਣ ਲੱਗ ਪਏ ਤੇ ਕਲੇਰਾਂ ਦੇ ਸਰਦਾਰ ਰਤਨ ਸਿੰਘ ਜੀ ਟਾਕਰੇ ਵਿੱਚ ਡਰੋਲੀ ਜੀ ਕਰਕੇ ਹੀ ਪ੍ਰਸਿੱਧ ਹੋਏ। ਦੂਜੇ ਸੱਜਣ ਭਾਈ ਹਜੂਰਾ ਸਿੰਘ ਫੌਜੀ ਨੌਕਰੀ ਛੱਡ ਕੇ ਆਏ ਸਨ। ਇਹ ਵੀ ਸੰਗਤ ਕਰਨ ਲੱਗ ਪਏ। ਇਹਨਾਂ ਦਾ ਵਧੇਰਾ ਹਾਲ ਹੱਡਬੀਤੀਆਂ ਤੇ ਹੋਰ ਉਚਿਤ ਥਾਵਾਂ ਤੇ ਆਵੇਗਾ। ਅਨੰਤੇ ਵਾਲੇ ਖੂਹ ਉੱਤੇ ਰਹਿੰਦਿਆਂ ਹਾਲੀ 3 ਕੁ ਹਫ਼ਤੇ ਹੀ ਹੋਏ ਸਨ ਕਿ ਵਿਸਾਖੀ ਦਾ ਪੁਰਬ ਆ ਗਿਆ, ਜੋ ਵਾਹ ਲੱਗਦੀ ਬਾਬਾ ਜੀ ਦਮਦਮੇ ਸਾਹਿਬ ਮਨਾਇਆ ਕਰਦੇ ਸਨ। ਸੰਗਤ ਤਿਆਰ ਹੋ ਗਈ। ਮੋਟਰ ਲਾਰੀਆਂ ਦਾ ਪ੍ਰਬੰਧ ਕੀਤਾ ਗਿਆ। ਸਵੇਰ ਚੱਲ ਕੇ ਮੋਰੀ, ਕੋਟਕਪੂਰੇ, ਬਠਿੰਡੇ ਦੇ ਰਾਹ ਹਰਜਸ ਤੇ ਪਰਮਾਰਥ ਦੇ ਬਚਨ ਕਰਦਿਆਂ ਸੰਗਤ ਜਾ ਰਹੀ ਸੀ। ਬਾਬਾ ਜੀ ਦੇ ਲੰਘਣ ਦੀ ਰਤੀ ਵੀ ਭਿਨਕ ਪੈਂਦੀ ਤਾਂ ਸ਼ਰਧਾਲੂ ਦੁੱਧ, ਪ੍ਰਸ਼ਾਦੇ ਤੇ ਹੋਰ ਸੇਵਾ ਦੀ ਸਮੱਗਰੀ ਲੈ ਕੇ ਦੌੜੇ ਆਉਂਦੇ, ਜਿਵੇਂ ਕਿ ਉਪਰੋਕਤ ਸ਼ਹਿਰਾਂ ਵਿੱਚ ਹੋਇਆ। ਇਸ ਤਰ੍ਹਾਂ ਰਾਹ ਵਿੱਚ ਦੇਰ ਲੱਗ ਗਈ ਤੇ 7-8 ਵਜੇ ਰਾਤ ਨੂੰ ਦਮਦਮੇ ਸਾਹਿਬ ਪੁੱਜੇ। ਦਮਦਮੇ ਸਾਹਿਬ ਦੇ ਇਸ਼ਨਾਨ, ਦਰਸ਼ਨ ਕਰਨ, ਕੀਰਤਨ ਦਾ ਪ੍ਰੋਗਰਾਮ, ਉੱਥੇ ਟਿਕਾਣੇ, ਲੰਗਰ ਆਦਿ ਦਾ ਪ੍ਰਬੰਧ ਦਾ ਵਰਣਨ ਉਚਿਤ ਥਾਂ ਤੇ ਕੀਤਾ ਗਿਆ ਹੈ। ਉਸ ਅਨੁਸਾਰ ਵਰਤ ਕੇ ਅਗਲੀ ਸ਼ਾਮ ਨੂੰ ਬਾਬਾ ਵਧਾਵਾ ਸਿੰਘ ਜੀ ਦੇ ਦਰਸ਼ਨਾਂ ਲਈ ਲਹਿਰੇ ਪੁੱਜੇ ਤੇ ਆਪਣੇ ਵਿਦਿਆ ਗੁਰੂ ਜੀ ਦੀ ਸੇਵਾ ਕਰਕੇ ਉਹਨਾਂ ਨੂੰ ਪ੍ਰਸੰਨਤਾ ਪ੍ਰਾਪਤ ਕੀਤੀ। ਸਰਦਾਰ ਰਤਨ ਸਿੰਘ ਦੇ ਕਥਨ ਅਨੁਸਾਰ ਵਾਪਸੀ ਤੇ ਸ਼ਮੀਰ ਪਿੰਡ ਵਿੱਚੋਂ ਜਦ ਲੰਘਣ ਲੱਗੇ ਤਾਂ ਮਹੰਤ ਜੀਵਨ ਦਾਸ ਜੀ ਉਦਾਸੀ ਸਾਧੂ, ਜਿਨ੍ਹਾਂ ਦਾ ਪ੍ਰਸਿੱਧ ਡੇਰਾ ਸੀ, ਪਤਾ ਲੱਗਣ ਤੇ ਬੜੇ ਪ੍ਰਸੰਨ ਹੋਏ। ਆਪਣੇ ਸੇਵਕਾਂ ਨਾਲ ਪੂਰਨ ਪ੍ਰੇਮ ਤੇ ਆਦਰ ਨਾਲ ਡੇਰੇ ਤੇ ਲੈ ਗਏ। ਮਹੰਤ ਹੋਰਾਂ ਨੂੰ ਆਪਣੇ ਵਧੀਆ ਨਸਲਾਂ ਦੇ ਮਾਲ, ਡੰਗਰ, ਬਲਦਾਂ
ਘੋੜਿਆਂ, ਮੱਝਾਂ ਤੇ ਖਾਸ ਸਮਾਨ ਸੀ। ਉਹ ਡੇਰੇ ਦੇ ਬਾਹਰ ਵੱਲ ਹੋਣ ਕਰਕੇ ਪਹਿਲਾਂ ਉਧਰ ਲੈ ਗਏ ਤੇ ਫਿਰ ਆਪਣੇ ਗੁਰਦੁਆਰੇ ਦੇ ਦਰਸ਼ਨ ਕਰਾਏ। ਪੁੱਜ ਕੇ ਦਰਸ਼ਨ ਭੇਟ ਦੇ ਤੌਰ 25 ਦਮੜੇ ਅੱਗੇ ਲਿਆ ਰੱਖ ਮੱਥਾ ਟੇਕਿਆ। ਇੱਧਰੋਂ ਬਾਬਾ ਜੀ ਦਾ ਇਸ਼ਾਰਾ ਸਮਝਦੇ ਰਤਨ ਸਿੰਘ ਹੋਰਾਂ ਨੇ ਉਹ ਰੁਪਈਏ ਲੈ ਕੇ 100 ਆਪਣੇ ਕੋਲੋਂ ਪਾ ਕੇ ਮਹੰਤ ਹੋਰਾਂ ਅੱਗੇ ਰੱਖ ਇਹਨਾਂ ਨੂੰ ਮੱਥਾ ਜਾ ਟੇਕਿਆ। ਮਹੰਤ ਜੀ ਇਹ ਰੁਪਈਏ ਲੈਣ ਨਾ ਆਪਣੇ ਭੇਟ ਕੀਤੇ ਤੇ ਨਾ ਰਤਨ ਸਿੰਘ ਹੋਰਾਂ ਵਾਲੇ। ਮੇਰੇ ਤੇ ਬੋਝ ਨਾ ਪਾਓ ਇਉਂ ਕਹਿਣ। ਜਦ ਦੋਵੇਂ ਧਿਰਾਂ ਪਿੱਛੇ ਨਾ ਹਟਣ ਤਾਂ ਨਿਆਂ ਕਿਸੇ ਹੋਰ ਤਾਂ ਕਰਾਣਾ ਮੰਨ ਕੇ ਬਾਬਾ ਜੀ ਅੱਗੇ ਬੇਨਤੀ ਕੀਤੀ ਕਿ ਤੁਸੀਂ ਨਿਆਂ ਕਰੋ। ਬਾਬਾ ਜੀ ਜੋ ਇਹ ਤਮਾਸ਼ਾ ਵੇਖ ਮੁਸਕਰਾ ਰਹੇ ਸਨ। ਭਾਈ ਤੂੰ ਆਪ ਦੇ ਵਾਪਸ ਲੈ ਲੈ ਤੇ ਇਹਨਾਂ ਦੇ ਇਹਨਾਂ ਨੂੰ ਵਾਪਸ ਦੇ ਦੇ। ਸੋ ਇਵੇਂ ਹੀ ਕੀਤਾ ਗਿਆ। ਇਸ ਤਰ੍ਹਾਂ ਪ੍ਰਸੰਨਤਾ ਪੂਰਵਕ ਉੱਥੇ ਵਿਦਾ ਹੋ ਕੇ ਅੱਗੇ ਵਾਂਗ ਰਾਹ ਵਿੱਚ ਆਏ ਪਿੰਡਾਂ ਦੀਆਂ ਸੰਗਤਾਂ ਨੂੰ ਨਿਵਾਜਦੇ ਹੋਏ ਵਾਪਸ ਟਿਕਾਣੇ ਤੇ ਪੁੱਜੇ। ਤੁਰੱਬਾ ਬੰਨਣਾ। ਫਿਰ ਸਰਦਾਰ ਰਤਨ ਸਿੰਘ ਜੀ ਦੇ ਕਥਨ ਫਰਮਾਨ ਲੱਗੇ ਕਿ ਦਰਗਾਹੀ ਹੁਕਮ ਅਨੁਸਾਰ ਅਸਾਂ ਹੁਣ ਤੁਰੱਬਾ ਬੰਨਣਾ ਹੈ। ਭਾਵ ਉਹ ਮਰਿਆਦਾ ਬੰਨਣੀ ਹੈ ਜੋ ਤੁਰ ਤੱਕ ਜਾਵੇ। ਅਨੰਤੇ ਵਾਲੇ ਖੂਹ ਤੋਂ ਉੱਠ ਕੇ ਅਜੋਕੇ ਠਾਠ ਵਾਲੀ ਥਾਂ ਉੱਤੇ ਵਾਪਸ ਆਉਣ ਦਾ ਫੈਸਲਾ ਕੀਤਾ। ਉੱਥੇ ਇੱਕ ਕੱਚਾ ਜਿਹਾ ਕੰਮ ਚਲਾਊ ਠਾਠ ਬਣਾਇਆ ਤੇ ਰੋਜ਼ਾਨਾ ਪ੍ਰੋਗਰਾਮ ਇਹ ਉਲੀਕਿਆ। 4 ਵਜੇ ਸ਼ਾਮ ਨੂੰ ਜਦ ਸੰਗੀ ਇਕੱਠੇ ਹੋਣ, ਪਹਿਲਾਂ 1.5 ਘੰਟਾ ਕਥਾ ਹੋਵੇ, ਫਿਰ ਕੀਰਤਨ, ਫਿਰ ਰਹਿਰਾਸ ਦਾ ਪਾਠ ਉਪਰੰਤ ਕੀਰਤਨ। 11:45 ਵਜੇ ਰਾਤ ਨੂੰ ਕੀਰਤਨ ਸੁਹੇਲੇ ਦਾ ਪਾਠ ਕਰਕੇ ਛੁੱਟੀ। ਸਾਨੂੰ ਤਿੰਨਾਂ ਨੂੰ ਭਾਈ ਨੱਥਾ ਸਿੰਘ, ਸਰਦਾਰ ਰਤਨ ਸਿੰਘ, ਸਰਦਾਰ ਜੋਗਿੰਦਰ ਸਿੰਘ ਕਹਿਣ ਕਿ ਤੁਹਾਨੂੰ ਤਾਂ ਛੱਡਣਾ ਨਹੀਂ। ਤੁਹਾਥੋਂ ਛੁੱਟ 2 ਰਾਗੀਆਂ ਤੇ 1 ਪਾਠੀ ਤੋਂ ਬਿਨਾਂ ਕੰਮ ਸਰਦਾ ਨਹੀਂ ਜਾਪਦਾ। ਇਸ ਲਈ 3 ਤੁਸੀਂ ਤੇ 3 ਬੰਦੇ ਹੋਰ ਚਾਹੀਦੇ ਹਨ। ਇਹ ਕਰੜਾ ਪ੍ਰੋਗਰਾਮ ਸੁਣ ਕੇ ਅਸੀਂ ਸਭ ਸੋਚੀ ਪੈ ਗਏ। ਇੱਕ ਦੂਜੇ ਕੋਲੋਂ ਪੁੱਛੀਏ ਕਿ ਕਿਵੇਂ ਕੀਤਾ ਜਾਵੇ। ਆਖਰ ਆਪਸ 'ਚ ਫੈਸਲਾ ਕੀਤਾ ਕਿ ਹਾਲੀ ਤਾਂ ਹਾਂ ਕਰ ਦਿਓ, ਅੱਗੋਂ ਵੇਖੀ ਜਾਵੇਗੀ। ਸੋ ਹੱਛਾ ਪਾਤਸ਼ਾਹੋ, ਇਵੇਂ ਹੀ ਸਹੀ। ਅਸਾਂ ਬੇਨਤੀ ਕੀਤੀ। ਰਾਗੀਆਂ ਤੇ ਪਾਠੀਆਂ ਬਾਬਤ ਅਸਾਂ ਇਹ ਸਲਾਹ ਦਿੱਤੀ ਕਿ ਘਰ ਦੇ ਲਾਣੇ ਕੋਲੋਂ ਹੀ ਕੰਮ ਲਿਆ ਜਾਵੇ। ਭਾਵੇਂ ਕਥਾ ਨੂੰ ਅਸੀਂ ਔਖਾ ਕੰਮ ਹੀ ਸਮਝਦੇ ਹਾਂ। ਆਖਰ ਬਾਬਾ ਜੀ ਨੇ ਡਿਊਟੀਆਂ ਦੀ ਇਹ ਵੰਡ ਕੀਤੀ। ਕਥਾ ਤਾਂ ਜੋਗਿੰਦਰ ਸਿੰਘ ਕਰੇਗਾ, ਰਹਿਰਾਸ ਕੀਰਤਨ ਸੁਹੇਲੇ ਦਾ ਪਾਠ ਰਤਨ ਸਿੰਘ, ਉੱਪਰਲਾ ਕੰਮ ਆਏ ਗਏ ਦੀ ਪੁੱਛ ਪ੍ਰਤੀ ਹੀ ਉਸਨੂੰ ਬਿਠਾਉਣਾ, ਟੋਰਨਾ ਆਦਿ ਇਹ ਸਭ ਭਾਈ ਨੱਥਾ ਸਿੰਘ ਦੇ ਜਿੰਮੇ। ਕੀਰਤਨ ਲਈ ਗੁੱਜਰ ਸਿੰਘ ਨੂੰ ਜਥੇਦਾਰ ਨਿਯਤ ਕੀਤਾ। ਪ੍ਰੀਤਮ ਸਿੰਘ ਜੋੜੀ ਵਾਲਾ ਤੇ ਪ੍ਰੇਮ ਸਿੰਘ ਜਗਰਾਵਾਂ ਵਾਲਾ ਨਾਲ ਰਲ ਪਏ। ਆਪਣੇ ਲਈ ਬਾਬਾ ਜੀ ਨੇ ਇਹ 10 ਨਿਯਮ ਨਿਯਤ ਕੀਤੇ। ਪਹਿਲਾ, ਆਪ ਅੰਮ੍ਰਿਤ ਕਿਸੇ ਨੂੰ ਨਹੀਂ ਛਕਾਉਣਾ। ਦੂਸਰਾ, ਜੜ ਮਾਇਆ ਨੂੰ ਹੱਥ ਨਹੀਂ ਲਾਉਣਾ। ਤੀਸਰਾ, ਚੇਤਨ ਮਾਇਆ ਇਸਤਰੀ ਦੇ ਨੇੜੇ ਨਹੀਂ ਜਾਣਾ, ਸਗੋਂ ਮਿੱਟੀ ਦੇ ਕੰਦ ਰੂਪ ਸਮਝਣਾ। ਇਕਾਂਤ ਵਿੱਚ ਵੀ ਨਹੀਂ ਮਿਲਣਾ ਜਦ ਤੱਕ ਨਾਲ ਭਰਾ, ਪਿਓ ਜਾਂ ਆਦਮੀ ਨਾ ਹੋਵੇ। ਚੌਥਾ, ਕਿਸੇ ਇਕੱਠ ਤੇ ਨਹੀਂ ਜਾਣਾ ਜਿੱਥੇ ਮਾਨ ਵਡਿਆਈ ਦਾ ਸਵਾਲ ਪੈਦਾ ਹੋਵੇ। ਪੰਜਵਾਂ, ਕਿਸੇ ਦਾ ਆਨੰਦ ਕਾਰਜ ਨਹੀਂ ਪੜਾਉਣਾ ਕਿਉਂਕਿ ਐਸੇ ਕੰਮਾਂ ਵਿੱਚ ਹੰਕਾਰ ਆਉਂਦਾ ਹੈ। ਛੇਵਾਂ, ਪੱਕੀ ਇੱਟ ਨੂੰ ਹੱਥ ਨਹੀਂ ਲਾਉਣਾ, ਭਾਵ ਪੱਕਾ ਮਕਾਨ ਨਹੀਂ ਪਾਉਣਾ। ਸੱਤਵਾਂ, ਆਪਣਾ ਆਪ ਨਹੀਂ ਜਤਾਉਣਾ। ਅੱਠਵਾਂ, ਕੋਈ ਭੇਖ ਨਹੀਂ ਧਾਰਨਾ, ਭਾਵ ਸਿੱਖੀ ਬਾਣੇ ਵਿੱਚ ਹੀ ਰਹਿਣਾ ਹੈ। ਨੌਵਾਂ, ਕਿਸੇ ਨੂੰ ਵਰ ਸਰਾਪ ਨਹੀਂ ਦੇਣਾ। 10ਵਾਂ, ਕਿਸੇ ਗੁਰਦੁਆਰੇ ਦੀ ਨੀਂਹ ਨਹੀਂ ਰੱਖਣੀ। ਇਹਨਾਂ ਨਿਯਮਾਂ ਨੂੰ ਜਿਵੇਂ ਕਿ ਉਚਿਤ ਥਾਂ ਤੇ ਦੱਸਿਆ ਜਾਵੇਗਾ, ਬਾਬਾ ਜੀ ਅੰਤ ਸਮੇਂ ਤੱਕ ਪਕਿਆਈ ਨਾਲ ਪਾਲਦੇ ਰਹੇ। ਇਸ ਸਮੇਂ ਠਾਠ ਵਿੱਚ ਇੱਕ ਅੱਧੀ ਕੱਚੀ ਕੁੱਲੀ ਤੋਂ ਛੁੱਟ ਹੋਰ ਕੁਝ ਨਹੀਂ ਸੀ, ਪਰ ਇਸ ਥਾਂ ਨੂੰ ਬੜੇ ਭਾਗ ਲੱਗਣੇ ਸਨ। ਇਸ ਲਈ ਪਤਾ ਕੀਤਾ ਕਿ ਸਰਕਾਰੀ ਕਾਗਜ਼ਾਂ ਵਿੱਚ ਜਗ੍ਹਾ ਕਿਸ ਦੇ ਨਾਮ ਤੇ ਹੈ, ਤਾਂ ਜੋ ਪਿੱਛੋਂ ਕੋਈ ਝਗੜਾ ਖੜਾ ਨਾ ਕਰੇ। ਪੜਤਾਲ ਕਰਨ ਤੋਂ ਪਤਾ ਲੱਗਾ ਕਿ ਬਾਕੀ ਥਾਂ ਤਾਂ ਪਿੰਡਾਂ ਦੀ ਸ਼ਾਮਲਾਟ ਹੈ, ਪਰ ਵਿੱਚੋਂ ਇੱਕ ਘੁਮਾ ਮੁਸਲਮਾਨਾਂ ਦੀ ਹੈ। ਸਰਦਾਰ ਰਤਨ ਸਿੰਘ ਹੋਰਾਂ ਨੇ ਮੁਸਲਮਾਨ ਮਾਲਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੀ ਇਹ ਜ਼ਮੀਨ ਵਕਫ ਧਰਮ ਅਰਥ ਕਰਨ ਲਈ ਹੀ ਰੱਖੀ ਹੋਈ ਹੈ। ਬਾਬਾ ਜੀ ਖੁਦਾ ਦੇ ਬੰਦੇ ਹਨ, ਬੇਸ਼ੱਕ ਲੈ ਲੈਣ, ਜਿਸ ਦੇ ਨਾਮ ਕਹੋ ਅਸੀਂ ਦਾਖਲ ਖਾਰਜ ਕਰ ਦਿੰਦੇ ਹਾਂ। ਸੰਗੀਆਂ ਨੇ ਤਾਂ ਕਿਹਾ
ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਹੀ ਚੜਾ ਦਿਓ। ਪਰ ਪਟਵਾਰੀ ਦੇ ਪੁੱਛਣ 'ਤੇ ਕਿ ਮੁਹਤਮਿਮ ਪ੍ਰਬੰਧਕ ਕਿਸ ਨੂੰ ਲਿਖੀਏ, ਅਸਾਂ ਬਾਬਾ ਜੀ ਅੱਗੇ ਬੇਨਤੀ ਕੀਤੀ ਕਿ ਜਿਸ ਨੂੰ ਸੁਣ ਕੇ ਬਾਬਾ ਜੀ ਅੰਦਰ ਚਲੇ ਗਏ। ਫਿਰ ਉਹਨਾਂ ਦੇ ਸੋਝੀ ਪਾਉਣ 'ਤੇ ਅਸਾਂ ਮੁਸਲਮਾਨ ਮਾਲਕਾਂ ਨੂੰ ਜਾ ਕੇ ਦੱਸਿਆ ਕਿ ਬਾਬਾ ਜੀ ਦੀ ਇੱਛਾ ਅਨੁਸਾਰ ਇਹੋ ਚੰਗਾ ਰਹੇਗਾ ਕਿ ਲੋਪੋ ਦੀ ਧਰਮਸ਼ਾਲਾ ਦੇ ਪ੍ਰਬੰਧ ਹੇਠ ਲਿਖੀ ਜਾਵੇ। ਮਾਲਕ ਕਹਿਣ ਲੱਗੇ ਕਿ ਗੁਰੂ ਨਾਨਕ ਦੇ ਘਰ ਜਾਣੀ ਹੈ, ਜਿਸ ਨੂੰ ਮਰਜ਼ੀ ਹੈ ਲਿਖਾ ਲੈਣ। ਸੋ ਇਸ ਤਰ੍ਹਾਂ ਕਰਕੇ ਉਹ ਇੱਕ ਕੁਮਾ ਜ਼ਮੀਨ ਵੀ ਕਾਗਜ਼ਾਂ ਵਿੱਚ ਚੜਾਈ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।